ਜੈ ਮਸੀਹ ਦੀ ਪਿਆਰੇ ਦਰਸ਼ਕੋ, ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ। ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚ ਤੁਹਾਡੀ ਦਿਲਚਸਪੀ ਦੇ ਲਈ ਪਿਤਾ ਪਰਮੇਸ਼ਰ ਦਾ ਅਤੇ ਪ੍ਰਭੂ ਯਿਸੂ ਮਸੀਹ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਉਸ ਦੇ ਵਚਨ ਦੇ ਵਿੱਚ ਅੱਗੇ ਵਧ ਰਹੇ ਹੋ ਅਤੇ ਲਗਾਤਾਰ ਆਤਮਿਕ ਗਿਆਨ ਨੂੰ ਪ੍ਰਾਪਤ ਕਰਦੇ ਜਾ ਰਹੇ ਹੋ। ਸਾਨੂੰ ਉਮੀਦ ਹੈ ਕਿ ਤੁਹਾਨੂੰ ਇਹਨਾਂ ਵਚਨਾਂ ਦਾ ਬਹੁਤ ਲਾਭ ਪ੍ਰਾਪਤ ਹੋ ਰਿਹਾ ਹੋਵੇਗਾ। ਦੋਸਤੋ, ਸਾਡੇ ਅੱਜ ਦਾ ਵਿਸ਼ਾ ਜਿਸ ਦੇ ਉੱਤੇ ਅਸੀਂ ਚਰਚਾ ਕਰਾਂਗੇ ਉਹ ਹੈ ਤਲਾਕ ਅਤੇ ਦੂਜਾ ਵਿਆਹ। ਇਸ ਵਿਸ਼ੇ ਦੀ ਰੂਪਰੇਖਾ ਇਸ ਪ੍ਰਕਾਰ ਹੈ। ਨੰਬਰ 1, ਵਿਆਹ ਸਥਾਈ ਹੈ ਅਤੇ ਪਰਮੇਸ਼ਵਰ ਤਲਾਕ ਨਾਲ ਨਫ਼ਰਤ ਕਰਦਾ ਹੈ। ਨੰਬਰ 2, ਦੋ ਕਾਰਨਾਂ ਦੇ ਲਈ ਤਲਾਕ ਦੀ ਇਜਾਜ਼ਤ ਹੈ। ਪਹਿਲਾ, ਲਿੰਗ ਭੇਦ ਦੀ ਅਨੈਤਿਕਤਾ। ਦੂਜਾ, ਤਿਆਗ ਦੇਣਾ। ਨੰਬਰ 3, ਤਿਆਗ ਦੇਣ ਤੋਂ ਬਾਅਦ ਦੂਜਾ ਵਿਆਹ ਸੰਭਵ ਹੈ। ਨੰਬਰ 4, ਛੁਟਕਾਰਾ ਇਸ ਮਾਮਲੇ ਦਾ ਕੇਂਦਰ ਬਿੰਦੂ ਹੈ। ਵਿਆਹ ਦੋ ਲੋਕਾਂ ਦਾ ਮੇਲ ਮਿਲਾਪ ਹੈ ਜਿਸ ਦੇ ਵਿੱਚ ਦੋ ਲੋਕ ਜ਼ਿੰਦਗੀ ਦੇ ਵਿੱਚ ਇਕੱਠੇ ਹੋ ਕੇ ਅੱਗੇ ਵਧਣ ਦਾ ਫੈਸਲਾ ਕਰਦੇ ਹਨ ਅਤੇ ਇੱਕ ਦੂਜੇ ਦੇ ਪ੍ਰਤੀ ਵਫਾਦਾਰ ਰਹਿਣ ਦਾ ਵਾਅਦਾ ਕਰਦੇ ਹਨ। ਇਸ ਲਈ ਹਰੇਕ ਪਤੀ ਪਤਨੀ ਨੂੰ ਇਸ ਮੇਲ ਮਿਲਾਪ ਦੀ ਜ਼ਿੰਮੇਵਾਰੀ ਨੂੰ ਲੈਣਾ ਚਾਹੀਦਾ ਹੈ। ਦੋਸਤੋ, ਵਿਆਹ ਇੱਕ ਪਵਿੱਤਰ ਬੰਧਨ ਹੈ ਅਤੇ ਪਰਮੇਸ਼ਵਰ ਵਿਆਹ ਦਾ ਆਦਰ ਕਰਦਾ ਹੈ, ਪਰ ਤਲਾਕ ਇੱਕ ਬਹੁਤ ਹੀ ਦੁਖਦਾਈ ਫੈਸਲਾ ਹੈ। ਤਲਾਕ ਦੇ ਵਿਸ਼ੇ ਵਿੱਚ ਸਾਨੂੰ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਮੱਤੀ ਦੀ ਅੰਜੀਲ ਦੇ 5 ਅਧਿਆਇ ਦੀ 31 ਅਤੇ 32 ਆਇਤਾਂ ਦੇ ਵਚਨਾਂ ਵਿੱਚ ਪ੍ਰਭੂ ਯਿਸੂ ਮਸੀਹ ਜੀ ਦੁਆਰਾ ਤਲਾਕ ਉੱਤੇ ਦਿੱਤਾ ਗਿਆ ਇਹ ਉਪਦੇਸ਼ ਇੱਕ ਮਹਾਨ ਉਪਦੇਸ਼ ਕਹਾਂਦਾ ਹੈ, ਕਿਉਂਕਿ ਪ੍ਰਭੂ ਯਿਸੂ ਜੀ ਨੇ ਇਸ ਦੇ ਬਾਰੇ ਸਤਹੀ ਗੱਲਾਂ ਨਹੀਂ ਕੀਤੀਆਂ, ਸਗੋਂ ਉਹ ਇਸ ਮਾਮਲੇ ਦੇ ਵਿੱਚ ਡੂੰਘਾਈ ਤੱਕ ਗਏ। ਉਹ ਸਾਡੇ ਤੋਂ ਆਸ ਕਰਦੇ ਹਨ ਕਿ ਅਸੀਂ ਵੀ ਇਸ ਦੀ ਅੰਦਰੂਨੀ ਗੱਲਾਂ ਨੂੰ ਸਮਝੀਏ। ਦੋਸਤੋ, ਤਾਂ ਫਿਰ ਚਲੋ ਅੱਜ ਦੇ ਵਿਸ਼ੇ ਦੇ ਉੱਤੇ ਅਧਿਐਨ ਸ਼ੁਰੂ ਕਰਦੇ ਹਾਂ। ਪਰ ਇਸ ਤੋਂ ਪਹਿਲਾਂ ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰੀਏ। ਉਸ ਦੇ ਲਈ ਸੁਣਦੇ ਹਾਂ ਇਹ ਮਸੀਹੀ ਭਜਨ। ਸਰੋਤਾ ਦੋਸਤੋ, ਅੱਜ ਦੇ ਇਸ ਦਿਸ਼ਾ ਪਰਿਵਰਤਨ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਇਸ ਤਰ੍ਹਾਂ ਹੈ: ਤਲਾਕ ਅਤੇ ਦੂਸਰਾ ਵਿਆਹ। ਨੰਬਰ 1, ਵਿਵਾਹ ਸਥਾਈ ਹੈ ਅਤੇ ਪਰਮੇਸ਼ਰ ਤਲਾਕ ਨਾਲ ਨਫ਼ਰਤ ਕਰਦਾ ਹੈ। ਨੰਬਰ 2, ਦੋ ਕਾਰਨਾਂ ਲਈ ਤਲਾਕ ਦੀ ਇਜਾਜ਼ਤ ਹੈ। ਭਾਗ ਊੜਾ, ਲਿੰਗ ਭੇਦ ਦੀ ਨੈਤਿਕਤਾ। ਭਾਗ ਐੜਾ, ਤਿਆਗ ਦੇਣਾ। ਨੰਬਰ 3, ਤਿਆਗ ਦੇਣ ਦੇ ਬਾਅਦ ਦੂਸਰਾ ਵਿਆਹ ਸੰਭਵ ਹੈ। ਨੰਬਰ 4, ਛੁਟਕਾਰਾ ਇਸ ਮਾਮਲੇ ਦਾ ਕੇਂਦਰ ਬਿੰਦੂ ਹੈ। ਫੈਸਲਾ। ਨੰਬਰ 1, ਜੇ ਤੁਹਾਡਾ ਵਿਆਹ ਠੀਕ ਹੈ ਤੁਹਾਨੂੰ ਪਰਮੇਸ਼ਰ ਦਾ ਧੰਨਵਾਦ ਕਰਨਾ ਚਾਹੀਦਾ ਹੈ। ਨੰਬਰ 2, ਉਹਨਾਂ ਦਾ ਨਿਆਂ ਨਾ ਕਰੋ ਜੋ ਸੰਘਰਸ਼ ਕਰ ਰਹੇ ਹਨ ਜਾਂ ਜਿਨ੍ਹਾਂ ਵਿੱਚ ਤਲਾਕ ਹੋ ਗਿਆ ਹੈ। ਨੰਬਰ 3, ਜੇ ਤੁਹਾਡੇ ਵਿਆਹ ਵਿੱਚ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ ਹੁਣੇ ਹੀ ਸਹਾਇਤਾ ਲੱਭੋ। ਨੰਬਰ 4, ਜੇ ਤੁਸੀਂ ਵਿਆਹ ਕਰਨ ਦੀ ਯੋਜਨਾ ਬਣਾਈ ਹੈ ਪ੍ਰਾਰਥਨਾ ਸ਼ੁਰੂ ਕਰੋ। ਨੰਬਰ 5, ਜੇ ਤੁਸੀਂ ਪਰਮੇਸ਼ਰ ਦਾ ਸੱਚਾਈ ਦੇ ਪ੍ਰਤੀ ਇਮਾਨਦਾਰ ਰਹਿਣ ਦਾ ਨਿਯਮ ਤੋੜਦੇ ਹੋ ਇਸ ਨੂੰ ਹੁਣੇ ਹੀ ਬੰਦ ਕਰੋ। ਮੈਂ ਕਹਿਣਾ ਚਾਹੁੰਦਾ ਹਾਂ, ਮੇਲ ਮਿਲਾਪ ਕਰਨ ਦੀ ਜ਼ਿੰਮੇਵਾਰੀ ਲਵੋ। ਅਤੇ ਕਈ ਲੋਕ ਇੱਥੋਂ ਤੱਕ ਕਿ ਕਲੀਸਿਆ ਦੇ ਲੋਕ ਵੀ ਵਿਆਹ ਲਈ ਕੰਮ ਕਰਨ ਦਾ ਵਿਚਾਰ ਹੀ ਨਹੀਂ ਕਰਦੇ। ਮੈਂ ਸਮਝਦਾ ਹਾਂ ਕੁਝ ਤਰੀਕੇ ਹਨ ਜੋ ਇਸ ਮਾਮਲੇ ਵਿੱਚ ਸਾਡੀ ਸਹਾਇਤਾ ਕਰਦੇ ਹਨ, ਪਰ ਅਸੀਂ ਉਹਨਾਂ ਦੇ ਬਾਰੇ ਕਦੇ ਗੱਲਬਾਤ ਨਹੀਂ ਕਰਦੇ। ਪਰ ਇੱਥੇ ਇਸ ਤਰ੍ਹਾਂ ਨਹੀਂ ਹੈ ਅਤੇ ਇਹ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਜਦ ਸਾਡੇ ਪ੍ਰਭੂ ਨੇ ਆਪਣੇ ਉਪਦੇਸ਼ ਵਿੱਚ ਦਿੱਤੇ, ਜਿਸ ਨੂੰ ਬਹੁਤ ਲੋਕਾਂ ਨੇ ਵਿਸ਼ਵਾਸ ਕਰਕੇ ਇਹ ਆਖਿਆ ਕਿ ਇਹ ਇੱਕ ਮਹਾਨ ਉਪਦੇਸ਼ ਹੈ ਜਿਹੜਾ ਅੱਜ ਤੱਕ ਦਿੱਤਾ ਗਿਆ ਹੈ। ਪ੍ਰਭੂ ਮਾਮਲੇ ਦੇ ਕਿਨਾਰੇ ਨਹੀਂ ਚੱਲਿਆ, ਉਹ ਤਾਂ ਇਸ ਮਾਮਲੇ ਦੇ ਅੰਦਰ ਤੱਕ ਗਿਆ। ਤਦ ਉਸਨੇ ਆਪਣਾ ਉਪਦੇਸ਼ ਦਿੱਤਾ ਅਤੇ ਆਗਿਆ ਦਿੱਤੀ ਕਿ ਇਸ ਦੀ ਸਿੱਖਿਆ ਦੇਵੋ। ਅਤੇ ਮੈਂ ਸਮਝਦਾ ਹਾਂ ਕਿ ਉਹ ਸਾਡੇ ਕੋਲੋਂ ਆਸ਼ਾ ਕਰ ਰਿਹਾ ਸੀ ਕਿ ਅਸੀਂ ਵੀ ਇਸ ਦੀ ਅੰਦਰੂਨੀ ਗੱਲਾਂ ਨੂੰ ਸਮਝੀਏ, ਨਾ ਕਿ ਅਸੀਂ ਇਸ ਦੇ ਕਿਨਾਰੇ ਹੀ ਰਹੀਏ। ਅਸੀਂ ਮੱਤੀ 5 ਅਧਿਆਇ ਵਿੱਚ ਬਿਆਨ ਕਈ ਮੁਸ਼ਕਲਾਂ ਮਾਮਲਿਆਂ ਦੇ ਬਾਰੇ ਸੁਣਿਆ, ਪਰ ਸ਼ਾਇਦ ਉਹਨਾਂ ਸਾਰਿਆਂ ਵਿੱਚੋਂ ਇੱਕ ਹੀ ਮਾਮਲਾ ਮੁਸ਼ਕਿਲ ਹੈ ਜਿਸ ਦੇ ਬਾਰੇ ਯਿਸੂ ਆਖਦਾ ਹੈ। ਆਓ ਇਸ ਨੂੰ ਵੇਖਣ ਲਈ ਅੱਜ ਅਸੀਂ ਆਪਣੀ ਬਾਈਬਲ ਖੋਲ੍ਹੀਏ। ਸਾਡਾ ਪ੍ਰਭੂ ਕਹਿ ਰਿਹਾ ਹੈ ਅਤੇ ਉਸ ਦੇ ਸ਼ਬਦ ਇਹਨਾਂ 2 ਸ਼ਕਤੀਸ਼ਾਲੀ ਐਤਾਂ ਵਿੱਚ ਹਨ।
ਮੱਤੀ 5 ਦਾ 31 ਤੇ 32 ਵਚਨ। ਅਤੇ ਇਹ ਵੀ ਕਿਹਾ ਗਿਆ ਸੀ, ਭਾਈ ਜਿਹੜਾ ਆਪਣੀ ਤੀਵੀਂ ਨੂੰ ਤਿਆਗੇ ਉਹ ਉਸ ਨੂੰ ਤਿਆਗ ਪੱਤਰ ਦੇਵੇ। ਪਰ ਮੈਂ ਤੁਹਾਨੂੰ ਆਖਦਾ ਹਾਂ, ਭਾਈ ਜਿਹੜਾ ਆਪਣੀ ਤੀਵੀਂ ਨੂੰ ਹਰਾਮਕਾਰੀ ਤੋਂ ਛੁੱਟ ਕਿਸੇ ਹੋਰ ਸਬੱਬ ਨਾਲ ਤਿਆਗੇ ਉਹ ਉਸ ਕੋਲੋਂ ਜਨਾਹ ਕਰਾਉਂਦਾ ਹੈ, ਅਤੇ ਜੇ ਕੋਈ ਉਸ ਤਿਆਗੀ ਹੋਈ ਨਾਲ ਵਿਆਹ ਕਰੇ ਸੋ ਜਨਾਹ ਕਰਦਾ ਹੈ। ਯਿਸੂ ਨੇ ਤਲਾਕ ਦੇ ਬਾਰੇ ਇਸ ਤਰ੍ਹਾਂ ਆਖਿਆ, ਸਾਡੀ ਸੰਸਕ੍ਰਿਤੀ ਵਿੱਚ ਤਲਾਕ ਇੱਕ ਆਮ ਸਮੱਸਿਆ ਹੈ ਜੋ ਕਲੀਸਿਆ ਵਿੱਚ ਆਪਣੀ ਪਕੜ ਲੈ ਰਿਹਾ ਹੈ। ਕੋਈ ਇਸ ਗੱਲ ਦਾ ਇਨਕਾਰ ਨਹੀਂ ਕਰ ਸਕਦਾ ਕਿ ਸ਼ਾਦੀ ਇੱਕ ਚੁਣੌਤੀ ਹੈ, ਇੱਕ ਬਹੁਤ ਅੱਛੀ ਚੀਜ਼ ਹੈ ਜਿਸ ਲਈ ਪਰਮੇਸ਼ਰ ਇਜਾਜ਼ਤ ਦਿੰਦਾ ਹੈ ਕਿ ਦੋ ਵਿਅਕਤੀ ਇਸ ਦਾ ਆਨੰਦ ਲੈਣ। ਇਸ ਲਈ ਕੁਝ ਕਰਨਾ ਪੈਂਦਾ ਹੈ। ਇਹ ਆਸਾਨ ਨਹੀਂ ਹੈ। ਜੇ ਕੋਈ ਕਹਿੰਦਾ ਹੈ ਕਿ ਆਸਾਨ ਹੈ ਤਾਂ ਉਹ ਸ਼ਾਦੀ ਦੇ ਪ੍ਰਤੀ ਜ਼ਿੰਮੇਵਾਰੀਆਂ ਦਾ ਸਾਹਮਣਾ ਨਹੀਂ ਕਰਦਾ। ਮੈਨੂੰ ਯਾਦ ਹੈ ਜਦ ਮੈਂ ਇੱਕ ਸਵੀਡਿਸ਼ ਜੋੜੇ ਦੇ ਬਾਰੇ ਸੁਣਿਆ ਜੋ ਆਪਣੀ ਸ਼ਾਦੀ ਦੀ 50ਵੀਂ ਸਾਲਗਿਰਾ ਮਨਾ ਰਿਹਾ ਸੀ। ਜਦ ਇਸ ਦਾ ਮੇਲਾ ਖਤਮ ਹੋਇਆ ਤਦ ਔਰਤ ਨੇ ਮੁੜ ਕੇ ਆਪਣੇ ਆਦਮੀ ਨੂੰ ਕਿਹਾ, ਤੁਸੀਂ ਜਾਣਦੇ ਹੋ ਅਸੀਂ 50 ਸਾਲ ਤੱਕ ਦੁੱਖ ਚੱਲਿਆ, ਅਸੀਂ ਹਰ ਰੋਜ਼ ਲੜਦੇ ਸੀ, ਅਸੀਂ ਲਗਭਗ ਹਰ ਇੱਕ ਚੀਜ਼ ਲਈ ਇੱਕ ਦੂਜੇ ਦੇ ਵਿਰੋਧ ਕਰਦੇ ਸੀ, ਅਤੇ ਮੈਂ ਸੋਚਿਆ ਅਸੀਂ ਇਸ ਤਰ੍ਹਾਂ ਕਰਦੇ ਹੋਏ ਨਹੀਂ ਜੀ ਸਕਦੇ। ਮੈਂ ਪ੍ਰਾਰਥਨਾ ਕਰਨ ਦਾ ਇੱਕ ਇਰਾਦਾ ਕੀਤਾ ਕਿ ਪਰਮੇਸ਼ਰ ਸਾਡੀ ਇਸ ਸਮੱਸਿਆ ਦਾ ਹੱਲ ਕਰੇ। ਮੈਂ ਪ੍ਰਾਰਥਨਾ ਕਰ ਰਹੀ ਸੀ ਕਿ ਉਹ ਸਾਡੇ ਵਿੱਚੋਂ ਇੱਕ ਨੂੰ ਘਰ ਲੈ ਜਾਏ, ਅਤੇ ਜਦ ਉਸ ਨੇ ਮੇਰੀ ਪ੍ਰਾਰਥਨਾ ਦਾ ਉੱਤਰ ਦਿੱਤਾ, ਮੈਂ ਆਪਣੀ ਭੈਣ ਦੇ ਘਰ ਰਹਿਣ ਲਈ ਜਾ ਰਹੀ ਸੀ। ਦਬਾਅ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨ ਦਾ ਇਹ ਇੱਕ ਤਰੀਕਾ ਹੈ। ਇਸ ਤਰ੍ਹਾਂ ਦਬਾਅ ਦਾ ਮਾਮਲਾ ਖਤਰਨਾਕ ਹੁੰਦਾ ਹੈ, ਇਸ ਲਈ ਨਹੀਂ ਕਿ ਉਹ ਦੇਰ ਤੱਕ ਰਹਿਣ ਵਾਲੇ ਰਿਸ਼ਤੇ ਨੂੰ ਖਤਮ ਕਰ ਦਿੰਦਾ ਹੈ, ਪਰ ਇਸ ਲਈ ਕਿ ਇਸ ਦਾ ਅਸਰ ਬਹੁਤ ਲੋਕਾਂ ਤੇ ਬੁਰਾ ਪੈਂਦਾ ਹੈ। ਉਹ ਇੰਨੇ ਸਸਤੇ ਨਹੀਂ ਹੁੰਦੇ। ਅੱਜ ਦੇ ਨਵੇਂ ਆંકੜੇ ਦੱਸਦੇ ਹਨ ਯੂਨਾਈਟਿਡ ਸਟੇਟ ਵਿੱਚ ਤਲਾਕ ਦੀ ਕੀਮਤ 13 ਤੋਂ 15,000 ਡਾਲਰ ਹੈ। ਜੇ ਤੁਸੀਂ ਕਿਸੇ ਉੱਚ ਪੱਧਰ ਦੇ ਵਿਅਕਤੀ ਤੋਂ, ਜਿਸ ਤਰ੍ਹਾਂ ਕਿ ਜਾਰਜ ਲੂਕਸ, ਤਾਂ ਹਾਲੀਵੁੱਡ ਵਿੱਚ ਇਸ ਦੀ ਕੀਮਤ 25 ਮਿਲੀਅਨ ਤੱਕ ਹੈ। ਜੌਨੀ ਕਾਰਸਨ ਨੇ ਆਪਣੀ ਪਤਨੀ ਨੂੰ ਤਲਾਕ ਦਿੱਤਾ ਅਤੇ ਉਸ ਨੇ ਪਤੀ ਕੋਲ ਹਰ ਮਹੀਨੇ ਨੂੰ 220,000 ਡਾਲਰ ਲੈਣ ਦੀ ਮੰਗ ਕੀਤੀ ਤਾਂ ਕਿ ਉਹ ਆਪਣੀ ਐਸ਼ ਭਰੀ ਜ਼ਿੰਦਗੀ ਜੀ ਸਕੇ। ਇਸ ਤਰ੍ਹਾਂ ਦੇ ਕਈ ਉਦਾਹਰਣ ਹਨ। ਸ਼ਾਦੀ ਅਤੇ ਤਲਾਕ, ਤਲਾਕ ਅਤੇ ਦੂਜਾ ਵਿਆਹ। ਇਸ ਲਈ ਕੀਮਤ ਅਦਾ ਕਰਨੀ ਪੈਂਦੀ ਹੈ। ਇਸ ਨਾਲ ਬਹੁਤ ਵੱਡੀ ਚੋਟ ਲੱਗਦੀ ਹੈ। ਇਹ ਅਲੱਗ-ਅਲੱਗ ਕਰ ਦਿੰਦੀ ਹੈ। ਇਹ ਦੁਖਦਾਇਕ ਹੈ। ਇਸ ਲਈ ਸਾਨੂੰ ਯਿਸੂ ਕੋਲੋਂ ਆਸ਼ਾ ਨਹੀਂ ਕਰਨੀ ਚਾਹੀਦੀ ਕਿ ਉਹ ਇਸ ਤਰ੍ਹਾਂ ਦੇ ਮਾਮਲੇ ਉੱਤੇ ਗੱਲਬਾਤ ਕਰੇ। ਸਾਨੂੰ ਇਹ ਆਸ਼ਾ ਕਰਨੀ ਚਾਹੀਦੀ ਸੀ ਕਿ ਉਹ ਸਮਾਜ ਵਿੱਚ ਕਿਸੇ ਇੱਕ ਸਮੱਸਿਆ ਦੇ ਬਾਰੇ ਕੁਝ ਕਹੇ। ਮੈਂ ਹੈਰਾਨ ਹਾਂ ਕਿ ਇੱਕ ਵਿਅਕਤੀ ਤਾਂ ਹੁੰਦਾ ਜਿਸ ਦਾ ਕਿਸੇ ਨਾ ਕਿਸੇ ਰੂਪ ਵਿੱਚ ਤਲਾਕ ਨਾਲ ਸੰਬੰਧ ਨਾ ਹੁੰਦਾ, ਜਾਂ ਤੁਹਾਡੇ ਪਰਿਵਾਰ ਵਿੱਚ, ਜਾਂ ਤੁਹਾਡੇ ਪਰਿਵਾਰ ਦੇ ਨਜ਼ਦੀਕੀ ਸੰਬੰਧੀਆਂ ਵਿੱਚ, ਜਾਂ ਤੁਹਾਡੇ ਨਜ਼ਦੀਕੀ ਦੋਸਤਾਂ ਵਿੱਚ। ਮੈਂ ਹੌਸਲੇ ਨਾਲ ਦੱਸ ਸਕਦਾ ਹਾਂ ਕਿ ਸਾਡੇ ਵਿੱਚੋਂ ਹਰੇਕ ਦਾ ਕਿਸੇ ਨਾ ਕਿਸੇ ਦਬਾਅ ਦੇ ਕਾਰਨ ਇਸ ਨਾਲ ਸੰਬੰਧ ਸੀ। ਇੱਕ ਵਿਅਕਤੀ ਜਿਸ ਨੇ ਕਲੀਸਿਆ ਵਿੱਚ ਅਹਿਸਾਸ ਕਰਕੇ ਜਿਸ ਨੇ ਬਿਆਨ ਕੀਤਾ ਕਿ ਇਹ ਐਸਾ ਦੁੱਖ ਹੈ ਜਿਸ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਜੋ ਮੇਰਾ ਸ਼ਿਕਾਰ ਕਰ ਰਿਹਾ ਹੈ, ਉਹ ਲਿਖਦੀ ਹੈ, ਮੈਂ ਸਭ ਕੁਝ ਨਿਬੜ ਗਿਆ। ਅਦਾਲਤ ਵਿੱਚ ਆਖਰੀ ਪੇਸ਼ੀ, ਇਕੱਠੇ ਰਹਿਣ ਦਾ ਨਿਬੇੜਾ। ਜੇ ਸ਼ਾਦੀ ਦਾ ਅੰਤ ਮੌਤ ਵਿੱਚ ਹੋ ਜਾਵੇ ਤਾਂ ਦਫਨ ਦੀ ਰਸਮ ਕੀਤੀ ਜਾਂਦੀ ਹੈ। ਤੁਹਾਡੇ ਦੋਸਤ ਉਸ ਦਿਨ ਸੰਸਕਾਰ ਵਿੱਚ ਤੁਹਾਡੇ ਨਾਲ ਹੁੰਦੇ ਹਨ। ਅਗਲੇ ਐਤਵਾਰ ਉਹਨਾਂ ਲਈ ਪ੍ਰਾਰਥਨਾ ਕੀਤੀ ਜਾਂਦੀ ਹੈ ਜੋ ਬੱਚੇ ਹੁੰਦੇ ਹਨ। ਦੁੱਖ ਦੇ ਬਾਰੇ ਬਿਆਨ ਕੀਤਾ ਜਾਂਦਾ ਹੈ। ਮੌਤ ਕਿਸੇ ਨੂੰ ਬਖਸ਼ਦੀ ਨਹੀਂ, ਪਰ ਇਹ ਇੱਕ ਤਲਾਕ ਹੈ ਅਤੇ ਇਸ ਤੇ ਕਦੇ ਆਦਰ ਨਹੀਂ ਹੁੰਦਾ। ਤਲਾਕ ਦੇਣ ਵਾਲੇ ਲੋਕਾਂ ਲਈ ਕਲੀਸਿਆ ਪ੍ਰਾਰਥਨਾ ਨਹੀਂ ਕਰਦੀ। ਜੋ ਕੁਝ ਉੱਜੜ ਗਿਆ ਉਸ ਲਈ ਸਮੂਹਿਕ ਪ੍ਰਾਰਥਨਾ ਵੀ ਨਹੀਂ ਕੀਤੀ ਜਾਂਦੀ। ਮੈਂ ਹਮੇਸ਼ਾ ਹੀ ਸੋਚਿਆ, ਜਦ ਲੋਕਾਂ ਨਾਲ ਗੱਲਬਾਤ ਕੀਤੀ ਜੋ ਇਸ ਵਿੱਚੋਂ ਗੁਜ਼ਰੇ ਸਨ, ਤਾਂ ਉਹਨਾਂ ਨੇ ਮੈਨੂੰ ਕੁਝ ਇਸ ਤਰ੍ਹਾਂ ਦੱਸਿਆ, ਇਹ ਜ਼ਿਆਦਾ ਅੱਛਾ ਹੁੰਦਾ ਹੈ ਕਿ ਮੈਂ ਤਲਾਕ ਤੋਂ ਪਹਿਲਾਂ ਹੀ ਮਰ ਗਿਆ ਹੁੰਦਾ। ਮੌਤ ਦੇ ਦੁੱਖ ਤੋਂ ਤੁਸੀਂ ਬਾਹਰ ਆ ਜਾਂਦੇ ਹੋ। ਮੌਤ ਦੀ ਰਸਮ ਪੂਰੀ ਕਰਕੇ ਤੁਸੀਂ ਫਿਰ ਅੱਗੇ ਚੱਲਣਾ ਸ਼ੁਰੂ ਕਰ ਦਿੰਦੇ ਹੋ। ਪਰ ਸ਼ਾਦੀ ਦੀ ਮੌਤ ਦਾ ਅਸਰ ਬਹੁਤ ਲੰਮਾ ਹੈ ਅਤੇ ਤੁਸੀਂ ਇਸ ਤੋਂ ਕਦੀ ਛੁਟਕਾਰਾ ਨਹੀਂ ਪਾ ਸਕਦੇ। ਸ਼ਾਦੀ ਨੂੰ ਸਹੀ ਤਰੀਕੇ ਨਾਲ ਨਿਭਾਉਣ ਦਾ ਦੁੱਖ ਹਮੇਸ਼ਾ ਹੀ ਸਾਡੇ ਅੰਦਰ ਬਣਿਆ ਰਹਿੰਦਾ ਹੈ। ਅੱਜ ਮਸੀਹੀ ਸਮੱਸਿਆ ਦੇ ਵਿਚਲੇ ਹਿੱਸੇ ਵਿੱਚ ਪਹੁੰਚ ਚੁੱਕੀ ਹੈ। ਇਸ ਬਾਰੇ ਇੱਕ ਲੇਖ ਕੁਝ ਸਮੇਂ ਪਹਿਲਾਂ ਹੀ ਛਪਿਆ ਸੀ, ਸਹੀ ਸਬੰਧ ਅਤੇ ਸ਼ਾਦੀ ਦੇ ਬਾਰੇ ਮਨ ਘੜਤ ਗੱਲਾਂ। ਇਹ ਲੇਖ ਨਿਊਯਾਰਕ ਦੀ ਇੱਕ ਚਰਚ ਪਾਸਟਰ ਦੁਆਰਾ ਲਿਖਿਆ ਗਿਆ ਸੀ। ਮੈਂ ਮਹਿਸੂਸ ਕੀਤਾ ਕਿ ਉਸ ਨੇ ਇਸ ਸਮੱਸਿਆ ਨੂੰ ਅੱਛੀ ਤਰ੍ਹਾਂ ਵੇਖਿਆ ਜਿਸ ਨੂੰ ਮੈਂ ਪਹਿਲਾਂ ਕਿਤੇ ਹੋਰ ਨਹੀਂ ਪੜ੍ਹਿਆ ਸੀ। ਉਸ ਨੇ ਆਖਿਆ, ਮੈਂ ਵਿਸ਼ਵਾਸ ਕਰਦਾ ਹਾਂ ਕਿ ਸ਼ਾਦੀ ਇੱਕ ਸਮੱਸਿਆ ਬਣ ਚੁੱਕੀ ਹੈ ਕਿਉਂਕਿ ਸਮਾਜ ਅਤੇ ਕਲੀਸਿਆ ਨੂੰ ਇਸ ਨੂੰ ਗਲਤ ਨਜ਼ਰ ਨਾਲ ਵੇਖਦੀ ਹੈ। ਇਸ ਬਾਰੇ ਕਈ ਗਲਤ ਕਹਾਣੀਆਂ ਦੱਸੀਆਂ ਜਾਂਦੀਆਂ ਹਨ ਅਤੇ ਇੱਕ ਦੂਜੇ ਤੇ ਦੋਸ਼ ਲੱਗਣਾ ਇੱਕ ਆਮ ਗੱਲ ਹੈ। ਅੱਜ ਦੀ ਮਸੀਹਤ ਨੇ ਪਰਮੇਸ਼ਰ ਦੀ ਮੂਲ ਗੱਲਾਂ ਨੂੰ
ਅੱਜ ਦੇ ਵਿਚਾਰਾਂ ਦੇ ਨਾਲ ਪੇਸ਼ ਕਰਕੇ ਰੋਚਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਅੱਜ ਸ਼ਾਦੀ ਨੂੰ ਸੁੱਖ ਦੀ ਬਜਾਏ ਇੱਕ ਮੌਜ ਮਸਤੀ ਦਾ ਜ਼ਰੀਆ ਸਮਝਿਆ ਜਾਂਦਾ ਹੈ। ਨਤੀਜਾ ਕੀ ਨਿਕਲਿਆ? ਨਤੀਜਾ ਹੈ ਤੋੜ-ਫੋੜ, ਹਜ਼ਾਰਾਂ ਤੋੜ-ਫੋੜ, ਔਸਤਨ 30 ਤੋਂ 40 ਤੋੜ-ਫੋੜ। ਅਮਰੀਕਾ ਦੇ ਇੱਕ ਛੋਟੇ ਸ਼ਹਿਰ ਵਿੱਚ ਹੁਣੇ ਹੀ ਅਖਬਾਰ ਵਿੱਚ ਛਪਿਆ ਸੀ। ਸੱਚ ਤਾਂ ਇਹ ਹੈ ਕਿ ਹਰੇਕ ਸ਼ਾਦੀ ਵਿੱਚ ਕੁਝ ਵਿਰੋਧ ਹੁੰਦਾ ਹੈ, ਸਮਝਣ ਵਿੱਚ ਗਲਤਫਹਿਮੀ ਹੁੰਦੀ ਹੈ, ਝੂਠੀ ਸ਼ਾਨ ਦੀ ਕਲਪਨਾ ਕੀਤੀ ਜਾਂਦੀ ਹੈ, ਪਰ ਇੱਕ ਸਹੀ ਸ਼ਾਦੀ ਵਿੱਚ ਇਹਨਾਂ ਚੀਜ਼ਾਂ ਨੂੰ ਕਿਨਾਰੇ ਕਰ ਦਿੱਤਾ ਜਾਂਦਾ ਹੈ ਅਤੇ ਜੇ ਸੰਬੰਧ ਜੋ ਸ਼ਾਦੀ ਵਿੱਚ ਖੁਸ਼ੀ ਲਈ ਬਣਾਏ ਜਾਂਦੇ ਹਨ, ਜੇ ਉਹ ਪੂਰੇ ਨਹੀਂ ਉਤਰੇ ਤਾਂ ਐਸੇ ਲੋਕਾਂ ਦੇ ਜੀਵਨ ਟੁਕੜੇ-ਟੁਕੜੇ ਹੋ ਕੇ ਨਾਸ਼ ਹੋ ਜਾਂਦਾ ਹੈ। ਇਹੀ ਸਮੱਸਿਆ ਹੈ। ਅੱਜ ਦੇ ਸਮੇਂ ਵਿੱਚ ਸ਼ਾਦੀ ਦੇ ਬਾਰੇ ਕੋਈ ਵੀ ਠੀਕ ਤਰ੍ਹਾਂ ਗੱਲ ਕਰਦਾ ਨਹੀਂ ਦਿਸਦਾ। ਸ਼ਾਦੀ ਦੋ ਵਿਅਕਤੀਆਂ ਨੂੰ ਜਿਨ੍ਹਾਂ ਦਾ ਪਿਛਲਾ ਇਤਿਹਾਸ ਅਤੇ ਸੰਸਕ੍ਰਿਤੀ ਅਲੱਗ-ਅਲੱਗ ਹੁੰਦੀ ਹੈ, ਉਹਨਾਂ ਨੂੰ ਇਕੱਠਾ ਕਰਕੇ ਇੱਕ ਕੀਤਾ ਜਾਂਦਾ ਹੈ ਤਾਂ ਕਿ ਉਹਨਾਂ ਵਿੱਚ ਅਲਗਾਓ ਨਾ ਰਹੇ, ਕੋਈ ਵਿਰੋਧ ਨਾ ਰਹੇ। ਹਰੇਕ ਉਹ ਚੀਜ਼ ਜੋ ਉਹਨਾਂ ਦੀ ਸਮਝ ਨੂੰ ਵਿਗਾੜਦੀ ਹੈ, ਉਹਨਾਂ ਤੋਂ ਦੂਰ ਰਹੇ। ਅਤੇ ਹੁਣ ਟੈਲੀਵਿਜ਼ਨ ਅਤੇ ਨਾਵਲਾਂ ਵਗੈਰਾ ਨੇ ਅਤੇ ਫਿਲਮਾਂ ਨੇ ਸ਼ਾਦੀ ਦਾ ਰੂਪ ਹੀ ਬਦਲ ਦਿੱਤਾ ਹੈ। ਮੈਨੂੰ ਇੱਕ ਜੋੜੇ ਦੇ ਬਾਰੇ ਕਹਾਣੀ ਯਾਦ ਹੈ ਜੋ ਆਪਣੀ ਸ਼ਾਦੀ ਦੀ 50ਵੀਂ ਸਾਲਗਿਰਾ ਮਨਾ ਰਹੇ ਸਨ। ਇੱਕ ਆਦਮੀ ਜਾ ਰਿਹਾ ਸੀ ਅਤੇ ਸ਼ਾਦੀ ਦੇ ਬਾਰੇ ਕੁਝ ਸੋਚ ਰਿਹਾ ਸੀ। ਉਹ ਆਖ ਰਿਹਾ ਸੀ 50 ਸਾਲ ਬੀਤ ਗਏ ਹਨ। ਹਰੇਕ ਦਿਨ ਦਾ ਆਨੰਦ ਹੈ, ਪਵਿੱਤਰ ਆਨੰਦ ਹਰ ਹਫ਼ਤੇ ਘਟਦਾ ਜਾਂਦਾ ਹੈ, ਹਰ ਮਹੀਨੇ ਬਾਅਦ ਇਸ ਤਰ੍ਹਾਂ ਹੀ ਹੁੰਦਾ ਜਾਂਦਾ ਹੈ। ਇਸ ਔਰਤ ਨਾਲ 50 ਸਾਲ ਦਾ ਸਫ਼ਰ ਕਰ ਚੁੱਕਾ ਹਾਂ। ਪਾਰਟੀ ਵਿੱਚ ਕਿਸੇ ਆਦਮੀ ਨੇ ਪੁੱਛਿਆ, ਤੂੰ ਇਹ ਕਿਸ ਤਰ੍ਹਾਂ ਕਰ ਸਕਿਆ? ਇਸ ਤੋਂ ਪਹਿਲਾਂ ਕੀ ਉੱਤਰ ਦਿੰਦਾ? ਇੱਕ ਦੂਜੀ ਆਵਾਜ਼ ਆਈ, ਇਨਕਾਰ। ਮੇਰੀ ਦੋਸਤ ਬਰਬਰਾ ਜੌਨਸਨ ਨੇ ਆਖਿਆ, ਸ਼ਾਦੀ। ਅਤੇ ਉਸ ਨੇ ਇਹ ਆਪਣੇ ਪਤੀ ਦਾ ਸਾਹਮਣਾ ਕੀਤਾ। ਵਿਚਾਰਾ ਆਦਮੀ, ਮੈਂ ਉਸ ਨੂੰ ਪਿਆਰ ਕਰਦਾ ਹਾਂ ਪਰ ਉਹ ਉਸ ਨਾਲ ਇਸ ਤਰ੍ਹਾਂ ਹੀ ਕਰਦੀ ਹੈ। ਸ਼ਾਦੀ ਨਾਲ ਇਹੀ ਸਮੱਸਿਆ ਹੈ ਜਿਸ ਤਰ੍ਹਾਂ ਮੇਰੀ। ਤੁਸੀਂ ਸ਼ਾਦੀ ਕਰਦੇ ਹੋ ਇਹ ਸੋਚਦੇ ਹੋਏ ਕਿ ਜੀਵਨ ਬਿਲਕੁਲ ਠੀਕ ਚੱਲੇਗਾ ਅਤੇ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਸ਼ਾਦੀ ਇੱਕ ਬੜੀ ਤਕੜੀ ਚੋਟ ਮਾਰਦੀ ਹੈ। ਸ਼ਾਦੀ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਮਿਲ ਕੇ ਭਰੀਆਂ ਹੋਈਆਂ ਹਨ। ਯਿਸੂ ਨੇ 5ਵੇਂ ਅਧਿਆਇ ਵਿੱਚ ਸਾਨੂੰ ਇਸ ਦੇ ਬਾਰੇ ਬਹੁਤ ਕੁਝ ਆਖਿਆ ਜੋ ਸਾਨੂੰ ਯਾਦ ਕਰਾਉਂਦਾ ਹੈ ਕਿ ਸ਼ਾਦੀ ਦਾ ਮਤਲਬ ਹੈ ਇੱਕ ਖਾਸ ਅਤੇ ਸਾਨੂੰ ਇਸ ਨੂੰ ਖਾਸ ਤਰੀਕੇ ਨਾਲ ਹੀ ਲੈਣਾ ਚਾਹੀਦਾ ਹੈ। ਉਹ ਆਖਦਾ ਹੈ ਸਾਨੂੰ ਸ਼ਾਦੀ ਨੂੰ ਤੋੜਨ ਵਾਲੇ ਪਾਸੇ ਕਦੇ ਨਹੀਂ ਲਿਜਾਣਾ ਚਾਹੀਦਾ। ਤੁਸੀਂ ਮੈਨੂੰ ਸੁਣੋ ਜਦ ਮੈਂ ਉਸ ਦੇ ਸ਼ਬਦਾਂ ਦਾ ਬਿਆਨ ਕਰਦਾ ਹਾਂ। ਜੇ ਤੁਸੀਂ ਮੇਰੇ ਨਾਲ ਅਧਿਆਇ 5 ਪੜ੍ਹਦੇ ਹੋ ਤਾਂ ਤੁਸੀਂ ਸਮਝ ਜਾਓਗੇ ਕਿ ਯਿਸੂ ਦੇ ਉਪਦੇਸ਼ ਵਿੱਚ ਕੀ ਸਿੱਖਿਆ ਹੈ, ਕਿਸ ਤਰ੍ਹਾਂ ਉਸਨੇ ਇਸ ਮਾਮਲੇ ਦੇ ਬਾਰੇ ਬਿਆਨ ਕੀਤਾ ਹੈ ਜੋ ਕੁੰਜੀ ਹੈ। ਤੁਸੀਂ ਸੁਣ ਚੁੱਕੇ ਹੋ ਕਿ ਇਹ ਕਿਹਾ ਗਿਆ ਸੀ, ਪਰ ਮੈਂ ਤੁਹਾਨੂੰ ਆਖਦਾ ਹਾਂ ਇਸ ਸੰਦੇਸ਼ ਵਿੱਚ 6 ਵਾਰੀ ਯਿਸੂ ਨੇ ਇਸ ਤਰ੍ਹਾਂ ਪੁਰਾਣੇ ਨੇਮ ਵਿੱਚ ਲਿਆਇਆ ਤਾਂ ਕਿ ਉਹ ਇਸ ਦਾ ਅਸਲੀ ਮਤਲਬ ਦੱਸ ਸਕੇ। ਉਸਨੇ ਇਸ ਤਰ੍ਹਾਂ ਆਖਿਆ, ਤੁਸੀਂ ਸੁਣ ਚੁੱਕੇ ਹੋ ਕਿ ਇਹ ਆਖਿਆ ਜਾ ਚੁੱਕਾ ਹੈ ਕਿ ਤੁਹਾਨੂੰ ਹੱਤਿਆ ਨਹੀਂ ਕਰਨੀ ਚਾਹੀਦੀ, ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਤੁਹਾਨੂੰ ਆਪਣੇ ਭਰਾ ਨਾਲ ਕ੍ਰੋਧ ਵੀ ਨਹੀਂ ਕਰਨਾ ਚਾਹੀਦਾ। ਤੁਸੀਂ ਸੁਣ ਚੁੱਕੇ ਹੋ ਕਿਉਂ ਜੋ ਇਹ ਕਿਹਾ ਜਾ ਚੁੱਕਾ ਹੈ ਕਿ ਤੁਸੀਂ ਭਿਬਚਾਰ ਨਾ ਕਰੋ, ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਤੁਸੀਂ ਆਪਣੇ ਦਿਲ ਵਿੱਚ ਕਿਸੇ ਹੋਰ ਦੇ ਪ੍ਰਤੀ ਲਾਲਸਾ ਨੂੰ ਨਾ ਜਗਾਓ। ਹੁਣ ਉਹ ਆਪਣੇ ਮਕਸਦ ਉੱਤੇ ਆਉਂਦਾ ਹੈ ਅਤੇ ਆਖਦਾ ਹੈ, ਤੁਸੀਂ ਸੁਣ ਚੁੱਕੇ ਹੋ ਇਹ ਆਖਿਆ ਜਾ ਚੁੱਕਾ ਹੈ, ਜੇ ਕੋਈ ਆਪਣੀ ਪਤਨੀ ਨੂੰ ਤਲਾਕ ਦੇਵੇ ਤਾਂ ਉਸ ਨੂੰ ਇਹ ਤਲਾਕ ਲਿਖ ਕੇ ਦੇਣਾ ਚਾਹੀਦਾ ਹੈ। ਮੈਂ ਤੁਹਾਨੂੰ ਕੁਝ ਦੱਸਣ ਦੀ ਜ਼ਰੂਰਤ ਸਮਝਦਾ ਹਾਂ ਕਿ ਉਸ ਸਮੇਂ ਦੇ ਬਾਰੇ ਜਦ ਯਿਸੂ ਉਹਨਾਂ ਨੂੰ ਆਪਣੇ ਸੁਝਾਅ ਦੇ ਰਿਹਾ ਸੀ, ਉਸ ਸਮੇਂ ਤਲਾਕ ਦੇਣ ਦਾ ਚੱਲਣ ਅੱਜ ਦੇ ਸਮੇਂ ਤੋਂ ਕਈ ਗੁਣਾ ਜ਼ਿਆਦਾ ਫੈਲ ਚੁੱਕਾ ਸੀ। ਫਰੀਸੀਆਂ ਨੇ ਪੁਰਾਣੇ ਨੇਮ ਦੇ ਨਿਯਮ ਨੂੰ ਇਸ ਤਰ੍ਹਾਂ ਬਿਆਨ ਕੀਤਾ ਸੀ, ਜਦ ਕਦੇ ਤੁਸੀਂ ਆਪਣੀ ਪਤਨੀ ਨੂੰ ਤਲਾਕ ਦਿਓ ਤਾਂ ਤੁਸੀਂ ਉਸ ਨੂੰ ਲਿਖ ਕੇ ਦੇ ਦੇਵੋ। ਉਹਨਾਂ ਨੇ ਇਸ ਤਰ੍ਹਾਂ ਹੀ ਇਸ ਮਾਮਲੇ ਨੂੰ ਸੁਲਝਾਉਣ ਦਾ ਤਰੀਕਾ ਬਣਾ ਲਿਆ ਸੀ। ਇਤਿਹਾਸਕਾਰ ਦੱਸਦੇ ਹਨ ਕਿ ਉਹ ਇਸ ਤਰ੍ਹਾਂ ਸਰਟੀਫਿਕੇਟ ਆਪਣੇ ਕੋਲ ਰੱਖਦੇ ਸਨ। ਜਦ ਵੀ ਕੋਈ ਘਟਨਾ ਘਟਦੀ ਸੀ ਜਾਂ ਕੋਈ ਚੀਜ਼ ਉਹਨਾਂ ਨੂੰ ਨਾਰਾਜ਼ ਕਰ ਦਿੰਦੀ ਸੀ, ਉਹ ਆਪਣੀ ਪਤਨੀ ਨੂੰ ਲਿਖ ਕੇ ਸਰਟੀਫਿਕੇਟ ਦੇ ਦਿੰਦੇ ਸਨ। ਅਦਾਲਤ ਜਾਣ ਦੀ ਲੋੜ ਨਹੀਂ ਪੈਂਦੀ ਸੀ, ਬਸ ਤਲਾਕ ਤਾਂ ਸਰਟੀਫਿਕੇਟ ਦਿੱਤਾ ਜਾਂਦਾ ਸੀ ਅਤੇ ਉਹ ਲੋਕ ਆਖਦੇ ਸਨ, ਅਸੀਂ ਪੁਰਾਣੇ ਨੇਮ ਦੇ ਅਨੁਸਾਰ ਚੱਲਦੇ ਹਾਂ ਕਿਉਂਕਿ ਪੁਰਾਣੇ ਨੇਮ ਦੱਸਦਾ ਹੈ ਜੇ ਤੁਸੀਂ ਆਪਣੀ ਪਤਨੀ ਨੂੰ ਤਲਾਕ ਦੇਵੋ ਤਾਂ ਤੁਹਾਨੂੰ ਉਸ ਦਾ ਇੱਕ ਸਰਟੀਫਿਕੇਟ ਦੇਣਾ ਪਵੇਗਾ। ਯਿਸੂ ਨੇ ਆਖਿਆ, ਮੈਨੂੰ ਥੋੜ੍ਹਾ ਰੁਕਣ ਦਿਓ। ਇਹ ਇਸ ਤਰ੍ਹਾਂ ਨਹੀਂ ਹੈ ਜਿਸ ਤਰ੍ਹਾਂ ਤੁਸੀਂ ਸਮਝ ਰਹੇ ਹੋ ਕਿ ਨਵਾਂ ਨੇਮ ਇਸ ਬਾਰੇ ਇੰਜ ਕਹਿੰਦਾ ਹੈ। ਯਿਸੂ ਨੇ ਕਿਹਾ, ਜੇ ਤੁਸੀਂ ਆਪਣੀ ਪਤਨੀ ਨੂੰ ਪਰਾਏ ਪੁਰਸ਼ ਦੇ ਨਾਲ ਸੰਬੰਧ ਬਣਨ ਦੇ ਇਲਾਵਾ ਜੇ ਤੁਸੀਂ ਕਿਸੇ ਹੋਰ ਕਾਰਨ ਨਾਲ ਤਲਾਕ ਦਿੰਦੇ ਹੋ ਤਾਂ ਤੁਸੀਂ ਭਿਬਚਾਰ ਕਰਦੇ ਹੋ। ਯਿਸੂ ਮਸੀਹ ਦੇ ਇਹ ਸ਼ਬਦ ਸਨ, ਉਸ ਦਾ ਇਹ ਉਪਦੇਸ਼ ਸੀ। ਨਵੇਂ ਨੇਮ ਵਿੱਚ 3 ਜਗ੍ਹਾ ਤੇ ਤਲਾਕ ਅਤੇ ਦੂਜੇ ਵਿਆਹ ਦੇ ਬਾਰੇ ਖੁੱਲ੍ਹ ਕੇ ਬਿਆਨ ਕੀਤਾ ਗਿਆ ਹੈ। ਅੱਜ ਮੇਰਾ ਇਹ ਮਕਸਦ ਨਹੀਂ ਕਿ ਅਸੀਂ ਇਹਨਾਂ ਗੱਲਾਂ ਨੂੰ ਪੜ੍ਹੀਏ, ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ।
ਇਹ ਸੰਦੇਸ਼ ਬਾਈਬਲ ਵਿੱਚ ਹਨ। ਜੇ ਤੁਸੀਂ ਇਹਨਾਂ ਨੂੰ ਪੜ੍ਹਨਾ ਚਾਹੋ, ਤੁਸੀਂ ਪਹਿਲਾ ਕਰੰਥੀਆਂ 7 ਅਧਿਆਇ, ਮੱਤੀ 19 ਅਧਿਆਇ ਤੇ ਫਿਰ ਮੱਤੀ ਵਿੱਚ ਪੜ੍ਹ ਸਕਦੇ ਹੋ। ਅੱਜ ਮੈਂ ਤੁਹਾਨੂੰ ਜੋ ਦੱਸਣਾ ਚਾਹੁੰਦਾ ਹਾਂ ਕਿ ਤਲਾਕ ਅੱਜ ਦੀ ਸੰਸਕ੍ਰਿਤੀ ਦਾ ਹਿੱਸਾ ਬਣ ਚੁੱਕਾ ਹੈ। ਕੋਈ ਵੀ ਇਸ ਤੋਂ ਅਛੂਤ ਨਹੀਂ ਹੈ। ਪਰਿਵਾਰ ਦੇ ਪ੍ਰਤੀ ਪਰਮੇਸ਼ਰ ਦਾ ਜੋ ਨਜ਼ਰੀਆ ਸੀ, ਅੱਜ ਸੰਸਾਰ ਵਿੱਚ ਉਸ ਦੇ ਅੰਦਰ ਬਹੁਤ ਅੰਤਰ ਆ ਗਿਆ ਹੈ। ਪਿਛਲੇ ਕੁਝ ਸਾਲਾਂ ਵਿੱਚ ਤਲਾਕ ਮੌਤ ਤੋਂ ਵੀ ਜ਼ਿਆਦਾ ਪਰਿਵਾਰਾਂ ਲਈ ਦੁਖਦਾਇਕ ਬਣ ਚੁੱਕਾ ਹੈ। ਇਹ ਧੋਖਾ ਦੇਣ ਵਾਲਾ ਹੈ। ਇਹ ਆਪਣੇ ਆਪ ਵਿੱਚ ਇਕੱਲੀ ਘਟਨਾ ਨਹੀਂ ਹੈ। ਇਸ ਦੇ ਨਾਲ ਮਾਨਸਿਕ ਰੂਪ ਵਿੱਚ ਕਈ ਹੋਰ ਘਟਨਾ ਜੁੜੀਆਂ ਜਾਂਦੀਆਂ ਹਨ ਅਤੇ ਕਦੇ ਅੰਤ ਨਹੀਂ ਹੁੰਦਾ। ਇਹ ਸੰਸਾਰ ਲਈ ਇੱਕ ਭਿਅੰਕਰ ਸਮੱਸਿਆ ਹੈ। ਸਾਡੀ ਸੰਸਕ੍ਰਿਤੀ ਵਿੱਚ ਇੱਕ ਭਿਅੰਕਰ ਸਮੱਸਿਆ ਹੈ ਅਤੇ ਇਹ ਇੱਕ ਸਮੱਸਿਆ ਹੈ ਜੋ ਵੱਧਦੀ ਜਾ ਰਹੀ ਹੈ ਅਤੇ ਹੁਣ ਕਲੀਸਿਆ ਵਿੱਚ ਵੀ ਆਪਣੇ ਪੈਰ ਪਸਾਰ ਰਹੀ ਹੈ। ਮੈਂ ਅੱਜ ਹੀ ਕਰਨਾ ਚਾਹੁੰਦਾ ਹਾਂ, ਜੇ ਮੈਂ ਆਪਣੇ ਮਕਸਦ ਦੀ ਰੂਪਰੇਖਾ ਨੂੰ ਚੰਗੀ ਤਰ੍ਹਾਂ ਦੱਸ ਸਕਾਂ ਤਾਂ ਮੈਂ ਪੂਰੀ ਕੋਸ਼ਿਸ਼ ਕਰਾਂਗਾ। ਮੈਂ ਹੁਣ ਹੀ ਇਸ ਕੂੜੇ ਕਰਕਟ ਦੀ ਬਹਿਸ ਤੋਂ ਦੂਰ ਜਾ ਰਿਹਾ ਹਾਂ। ਅਕਸਰ ਇਹਨਾਂ ਚੀਜ਼ਾਂ ਦੇ ਬਾਰੇ ਗੱਲਬਾਤ ਹੁੰਦੀ ਰਹਿੰਦੀ ਹੈ। ਮੈਂ ਤਾਂ ਹਾਈਵੇ ਦੇ ਵਿੱਚ ਹੀ ਚੱਲਣਾ ਚਾਹੁੰਦਾ ਹਾਂ। ਜੇ ਮੈਂ ਇਸ ਤਰ੍ਹਾਂ ਕਰ ਸਕਾਂ ਅਤੇ ਤੁਹਾਨੂੰ ਇਸ ਬਾਰੇ ਜੋ ਮੈਂ ਜਾਣਦਾ ਹਾਂ ਤੁਹਾਨੂੰ ਯਕੀਨ ਨਾਲ ਦੱਸਦਾ ਹਾਂ, ਫਿਰ ਮੈਂ ਆਪਣੀ ਬਾਈਬਲ ਨੂੰ ਬੰਦ ਕਰਨਾ ਚਾਹੁੰਦਾ ਹਾਂ ਅਤੇ ਤੁਹਾਡੇ ਨਾਲ ਥੋੜ੍ਹੀ ਦੇਰ ਲਈ ਤੁਹਾਡਾ ਪਾਸਟਰ ਅਤੇ ਤੁਹਾਡਾ ਚਰਵਾਹਾ ਹੋਣ ਕਰਕੇ ਤੁਹਾਡੇ ਨਾਲ ਗੱਲਬਾਤ ਕਰਾਂਗਾ। ਨੰਬਰ 1, ਵਿਆਹ ਸਥਾਈ ਹੈ ਅਤੇ ਪਰਮੇਸ਼ਰ ਤਲਾਕ ਨਾਲ ਨਫ਼ਰਤ ਕਰਦਾ ਹੈ। ਪਹਿਲੀ ਚੀਜ਼ ਜਿਸ ਨੂੰ ਤੁਹਾਨੂੰ ਜਾਣਨ ਦੀ ਜ਼ਰੂਰਤ ਹੈ ਉਹ ਇਹ ਹੈ, ਵਿਆਹ ਸਥਾਈ ਹੈ ਅਤੇ ਪਰਮੇਸ਼ਰ ਤਲਾਕ ਨਾਲ ਨਫ਼ਰਤ ਕਰਦਾ ਹੈ। ਇਸ ਦੇ ਬਾਰੇ ਕੋਈ ਪ੍ਰਸ਼ਨ ਨਹੀਂ ਜੋ ਤਲਾਕ ਦਿੰਦੇ ਹਨ ਜਾਂ ਲੈਂਦੇ ਹਨ। ਪਰਮੇਸ਼ਰ ਉਹਨਾਂ ਨਾਲ ਨਫ਼ਰਤ ਨਹੀਂ ਕਰਦਾ, ਉਹ ਤਲਾਕ ਨਾਲ ਨਫ਼ਰਤ ਕਰਦਾ ਹੈ। ਬਾਈਬਲ ਦੇ ਅੰਦਰ ਸ਼ੁਰੂ ਵਿੱਚ ਇਹ ਦੱਸਿਆ ਗਿਆ ਹੈ ਕਿ ਪੁਰਖ ਆਪਣੇ ਮਾਂ-ਬਾਪ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ ਅਤੇ ਉਹ ਦੋ ਨਹੀਂ ਇੱਕ ਤਨ ਹੋਣਗੇ। ਉਤਪਤੀ 2 ਅਧਿਆਇ। ਰੋਮੀਓ 7 ਵਿੱਚ ਵੀ ਦੱਸਿਆ ਗਿਆ ਹੈ, ਨਿਯਮ ਦੇ ਅਨੁਸਾਰ ਇੱਕ ਔਰਤ ਆਪਣੇ ਪਤੀ ਨਾਲ ਬੰਨੀ ਹੋਈ ਹੈ ਜਦ ਤੱਕ ਉਹ ਜੀਵਤ ਹੈ, ਪਰ ਜੇ ਉਸ ਦਾ ਪਤੀ ਮਰ ਜਾਂਦਾ ਹੈ ਉਹ ਸ਼ਾਦੀ ਤੋਂ ਆਜ਼ਾਦ ਹੋ ਗਈ ਅਤੇ ਹੁਣ ਉਹ ਦੂਸਰੀ ਸ਼ਾਦੀ ਕਰ ਸਕਦੀ ਹੈ। ਪਰਮੇਸ਼ਰ ਦਾ ਵਚਨ ਸਪਸ਼ਟ ਇਸ ਦਾ ਸਬੂਤ ਦਿੰਦਾ ਹੈ। ਸ਼ਾਦੀ ਸਥਾਈ ਬਣੀ ਰਹੇ, ਇਹ ਪਰਮੇਸ਼ਰ ਦੀ ਯੋਜਨਾ ਦਾ ਸੁੰਦਰ ਰੂਪ ਹੈ। ਇਹੀ ਹੈ ਜੋ ਹਰ ਇੱਕ ਲਈ ਚਾਹੁੰਦਾ ਸੀ। ਇੱਕ ਮਨੁੱਖ, ਇੱਕ ਤੀਵੀਂ ਪੂਰੀ ਜ਼ਿੰਦਗੀ ਲਈ, ਇਹੀ ਉਸ ਦਾ ਮਕਸਦ ਸੀ। ਅਸੀਂ ਕਲਪਿਤ ਸੰਸਾਰ ਵਿੱਚ ਰਹਿ ਰਹੇ ਹਾਂ, ਇਸ ਲਈ ਇਸ ਤਰ੍ਹਾਂ ਨਹੀਂ ਹੁੰਦਾ, ਪਰ ਪਰਮੇਸ਼ਰ ਦੀ ਯੋਜਨਾ, ਉਸ ਦਾ ਮਕਸਦ ਹੈ ਇੱਕ ਪੁਰਖ ਇੱਕ ਤੀਵੀਂ ਪੂਰੀ ਜ਼ਿੰਦਗੀ ਲਈ ਇੱਕ ਰਹਿਣ। ਪਰਮੇਸ਼ਰ ਤਲਾਕ ਨਾਲ ਨਫ਼ਰਤ ਕਰਦਾ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿਉਂ। ਮੈਂ ਸੋਚਦਾ ਹਾਂ ਇਹ ਮਹੱਤਵਪੂਰਨ ਹੈ ਕਿ ਅੱਜ ਅਸੀਂ ਇਸ ਦੇ ਸਰੂਪ ਨੂੰ ਸਮਝੀਏ। ਜਦ ਕਦੇ ਅਸੀਂ ਮਲਾਕੀ 2 ਨੂੰ ਪੜ੍ਹਦੇ ਹਾਂ, ਜਿੱਥੇ ਇਸ ਦਾ ਵਿਵਰਣ ਮਿਲਦਾ ਹੈ ਜੋ ਦੱਸਦਾ ਹੈ ਪਰਮੇਸ਼ਰ ਤਲਾਕ ਨਾਲ ਨਫ਼ਰਤ ਕਰਦਾ ਹੈ ਅਤੇ ਉਹ ਇਸ ਨੂੰ ਵਿਸ਼ਵਾਸਘਾਤ ਆਖਦਾ ਹੈ। ਕਿ ਤੁਸੀਂ ਇਸ ਨੂੰ ਨਹੀਂ ਸਮਝੇ? ਪਰਮੇਸ਼ਰ ਤਲਾਕ ਨਾਲ ਨਫ਼ਰਤ ਕਰਦਾ ਹੈ। ਕਿਉਂ? ਕਿਉਂਕਿ ਉਹ ਜਾਣਦਾ ਹੈ ਕਿ ਇਸ ਦੇ ਅੰਦਰ ਦੁੱਖ ਹੈ। ਪਰਮੇਸ਼ਰ ਤਲਾਕ ਨਾਲ ਨਫ਼ਰਤ ਕਰਦਾ ਹੈ ਕਿਉਂਕਿ ਉਹ ਨਹੀਂ ਚਾਹੁੰਦਾ ਕਿ ਬੱਚਿਆਂ ਦੀ ਅਦਲ-ਬਦਲ ਹੋਵੇ ਅਤੇ ਉਹ 2 ਅਲੱਗ ਪਰਿਵਾਰਾਂ ਵਿੱਚ ਰਹਿਣ। ਪਰਮੇਸ਼ਰ ਤਲਾਕ ਨਾਲ ਨਫ਼ਰਤ ਕਰਦਾ ਹੈ ਕਿਉਂਕਿ ਉਹ ਯਾਦਾਂ ਦੀ ਦਰਦ ਨੂੰ ਸਮਝਦਾ ਹੈ ਜੋ ਇਸ ਦੇ ਕਾਰਨ ਪੈਦਾ ਕਰਦੀਆਂ ਹਨ। ਪਰਮੇਸ਼ਰ ਤਲਾਕ ਨਾਲ ਇਸ ਲਈ ਨਫ਼ਰਤ ਨਹੀਂ ਕਰਦਾ ਕਿ ਉਹ ਸਾਡੇ ਨਾਲ ਨਫ਼ਰਤ ਕਰਦਾ ਹੈ, ਪਰ ਉਹ ਸਾਡੇ ਨਾਲ ਪਿਆਰ ਕਰਦਾ ਹੈ। ਉਹ ਚਾਹੁੰਦਾ ਹੈ ਕਿ ਉਸ ਖੁਸ਼ੀ ਨੂੰ ਜਾਣ ਲਈਏ ਜੋ ਸਾਡੀ ਹੋ ਸਕਦੀ ਹੈ ਜੇ ਅਸੀਂ ਉਸ ਦੀ ਵਾਚਾ ਅਤੇ ਵਾਅਦੇ ਨੂੰ ਸਮਝ ਜਾਈਏ। ਉਹ ਉਸ ਚੀਜ਼ ਨਾਲ ਨਫ਼ਰਤ ਕਰਦਾ ਹੈ ਜੋ ਸਾਡਾ ਨਾਸ਼ ਕਰਦੀ ਹੈ। ਇਹ ਹੀ ਅਸਲ ਗੱਲ ਹੈ। ਉਹ ਜ਼ੋਰ ਦੇ ਕੇ ਸਾਨੂੰ ਆਖਦਾ ਹੈ ਕਿ ਸ਼ਾਦੀ ਇੱਕ ਨਾਜ਼ੁਕ ਚੀਜ਼ ਹੈ, ਇਸ ਦੀ ਰਖਵਾਲੀ ਕਰੋ, ਇਸ ਵਿੱਚ ਪੂਰੀ ਤਾਕਤ ਅਤੇ ਗੰਭੀਰਤਾ ਨਾਲ ਪ੍ਰਵੇਸ਼ ਕਰੋ ਅਤੇ ਯਕੀਨ ਕਰ ਲਵੋ ਕਿ ਮੇਰਾ ਤੁਹਾਡੇ ਲਈ ਇਹ ਮਕਸਦ ਹੈ ਕਿ ਤੁਸੀਂ ਇੱਕ ਵਿਅਕਤੀ ਨੂੰ ਲੱਭੋ ਅਤੇ ਫਿਰ ਤੁਸੀਂ ਇਕੱਠੇ ਹੋ ਕੇ ਰਹੋ ਜਦ ਤੱਕ ਕਿ ਮੌਤ ਨਾ ਆ ਜਾਵੇ। ਇਹ ਪਹਿਲਾ ਸਿਧਾਂਤ ਹੈ। ਨੰਬਰ 2, 2 ਕਾਰਨਾਂ ਲਈ ਤਲਾਕ ਦੀ ਇਜਾਜ਼ਤ ਹੈ। 2 ਕਾਰਨਾਂ ਲਈ ਤਲਾਕ ਦੀ ਇਜਾਜ਼ਤ ਹੈ। ਤੁਹਾਨੂੰ ਸੁਣ ਕੇ ਝਟਕਾ ਲੱਗੇਗਾ, ਪਰ ਬਾਈਬਲ ਦੱਸਦੀ ਹੈ 2 ਕਾਰਨਾਂ ਲਈ ਇਜਾਜ਼ਤ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਹ ਕਿਹੜੇ ਕਾਰਨ ਹਨ। ਭਾਗ ਊੜਾ, ਲਿੰਗ ਭੇਦ ਦੀ ਅਨੈਤਿਕਤਾ। ਮੱਤੀ 5 ਵਿੱਚ ਕਾਰਨ ਦਾ ਬਿਆਨ ਹੈ। ਇੱਥੇ ਇਹ ਆਖਦਾ ਹੈ, ਜਿਹੜਾ ਆਪਣੀ ਤੀਵੀਂ ਨੂੰ ਹਰਾਮਕਾਰੀ ਤੋਂ ਛੁੱਟ ਕਿਸੇ ਹੋਰ ਸੰਬੰਧ ਨਾਲ ਤਿਆਗੇ ਉਹ ਉਸ ਕੋਲੋਂ ਜਨਾਹ ਕਰਵਾਉਂਦਾ ਹੈ। ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹ ਹੋ ਸਕਦਾ ਹੈ ਅਤੇ ਇਸ ਲਈ ਇੱਕ ਮਸੀਹ ਨੂੰ ਤਲਾਕ ਲਈ ਇਜਾਜ਼ਤ ਹੈ ਜੇ ਤਲਾਕ ਦਾ ਕਾਰਨ ਇਹੋ ਹੀ ਹੋਵੇ ਕਿ ਉਹ ਇਸ ਤਰ੍ਹਾਂ ਦਾ ਸੰਬੰਧ ਵਿੱਚ ਹੋਣ ਅਤੇ ਜਿਸ ਲਈ ਪਛਤਾਪ ਨਾ ਕੀਤਾ ਜਾਏ ਅਤੇ ਬਾਰ-ਬਾਰ ਆਪਣੇ ਦੂਜੇ ਸਾਥੀ ਦੇ ਪ੍ਰਤੀ ਗਲਤੀ ਦੁਹਰਾਈ ਜਾਏ ਅਤੇ ਕੋਈ ਪਰਵਾਹ ਨਾ ਕੀਤੀ ਜਾਏ। ਬਾਈਬਲ ਇਸ ਤਰ੍ਹਾਂ ਨਹੀਂ ਆਖਦੀ ਕਿ ਜਦ ਸ਼ਾਦੀ ਦੇ ਪ੍ਰਤੀ ਅਨੈਤਿਕਤਾ ਕੀਤੀ ਗਈ ਤਾਂ ਤਲਾਕ ਦਾ ਹੋਣਾ ਜ਼ਰੂਰੀ ਹੈ।
ਬਹੁਤ ਸਾਰੇ ਜੋੜੇ ਐਸੇ ਹਨ ਜਿਨ੍ਹਾਂ ਵਿੱਚ ਕਿਸੇ ਇੱਕ ਨੇ ਹਰਾਮਕਾਰੀ ਕੀਤੀ ਅਤੇ ਜਿਸ ਨੇ ਕੀਤੀ ਅਤੇ ਆਪਣੇ ਪਾਪ ਲਈ ਪਛਤਾਪ ਕੀਤਾ ਅਤੇ ਮਾਫੀ ਮੰਗੀ, ਅਤੇ ਕੁਝ ਸਮੇਂ ਵਿੱਚ ਉਹ ਸ਼ਾਦੀ ਵਿੱਚ ਫਿਰ ਇਕੱਠੇ ਹੋ ਗਏ ਅਤੇ ਆਪਸ ਵਿੱਚ ਖੁਸ਼ੀ ਮਨਾਉਣ ਲੱਗ ਪਏ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਪਰਮੇਸ਼ਰ ਇਸ ਯੋਗ ਹੈ ਕਿ ਸਾਨੂੰ क्षमा ਕਰੇ ਜੇ ਅਸੀਂ ਆਪਣੀ ਆਤਮਾ ਨਾਲ ਪਛਤਾਪ ਕਰਦੇ ਹਾਂ ਅਤੇ ਸਭ ਕੁਝ ਸੁਧਾਰਨ ਦੀ ਇੱਛਾ ਰੱਖਦੇ ਹਾਂ। ਪਰ ਬਾਈਬਲ ਦੱਸਦੀ ਹੈ, ਦੋ ਬੰਦਿਆਂ ਦੇ ਸੰਬੰਧ ਵਿੱਚ ਇੱਕ ਮਸੀਹੀ ਪਤੀ ਅਤੇ ਇੱਕ ਮਸੀਹੀ ਔਰਤ ਹੋਵੇ। ਜੇ ਪਤੀ ਜਾਂ ਪਤਨੀ ਹਰਾਮਕਾਰੀ ਕਰੇ ਅਤੇ ਪਛਤਾਪ ਨਾ ਕਰੇ, ਜਾਂ ਬਾਰ-ਬਾਰ ਇਹ ਕੰਮ ਕਰੇ, ਹਰਾਮਕਾਰੀ ਜਾਂ ਪਵਿਚਾਰ, ਤਾਂ ਦੂਜਾ ਆਦਮੀ ਨੂੰ ਛੋਟ ਹੈ ਇਸ ਸੰਬੰਧ ਲਈ ਤਲਾਕ ਦੇ ਸਕਦਾ ਹੈ। ਮੈਂ ਇੱਥੇ ਰੁਕਦਾ ਹਾਂ ਅਤੇ ਇੱਕ ਕਾਰਨ ਦੱਸਦਾ ਹਾਂ ਕਿ ਤਲਾਕ ਨੂੰ ਇੰਨੀ ਸਾਵਧਾਨੀ ਪੂਰਵਕ ਪਰਮੇਸ਼ਰ ਕਿਉਂ ਲੈਂਦਾ ਹੈ। ਇਸ ਲਈ ਕਿ ਇੰਨੇ ਪਾਪ ਜੋ ਅਸੀਂ ਕਰਦੇ ਹਾਂ ਤਾਂ ਅਸੀਂ ਇਕੱਲੇ ਹੀ ਉਸ ਦਾ ਕਾਰਨ ਪ੍ਰਭਾਵਿਤ ਹੁੰਦੇ ਹਾਂ, ਜਦ ਕਿ ਬਾਕੀ ਚੀਜ਼ਾਂ ਜੋ ਸਾਡੇ ਆਲੇ ਦੁਆਲੇ ਹੁੰਦੀਆਂ ਹਨ ਉਹਨਾਂ ਨੂੰ ਕੁਝ ਫਰਕ ਨਹੀਂ ਪੈਂਦਾ। ਪਰ ਤਲਾਕ ਵਿੱਚ ਦੋ ਵਿਅਕਤੀ ਹੁੰਦੇ ਹਨ ਜੋ ਪ੍ਰਭਾਵਿਤ ਹੁੰਦੇ ਹਨ। ਤਲਾਕ ਅਤੇ ਦੂਜੀ ਸ਼ਾਦੀ ਦੇ ਨਿਯਮ ਜੋ ਪਰਮੇਸ਼ਰ ਦੇ ਵਚਨ ਦੁਆਰਾ ਸਾਨੂੰ ਦਿੱਤੇ ਗਏ ਹਨ ਅਤੇ ਸਾਨੂੰ ਯਿਸੂ ਅਤੇ ਪੌਲੁਸ ਦੁਆਰਾ ਸਮਝਾ ਦਿੱਤਾ ਗਿਆ ਹੈ। ਇਹ ਨਿਯਮ ਸ਼ਾਦੀ ਦੇ ਸੰਬੰਧ ਵਿੱਚ ਉਸ ਦੂਜੇ ਵਿਅਕਤੀ ਨੂੰ ਸੁਰੱਖਿਆ ਦਿੰਦੇ ਹਨ ਜਿਸ ਨੇ ਪਰਮੇਸ਼ਰ ਦੀ ਬਾਜ਼ ਦਾ ਉਲੰਘਣ ਕੀਤਾ। ਮੈਂ ਜਾਣਦਾ ਹਾਂ ਕਿ ਹਰ ਕੋਈ ਆਖੇਗਾ ਸ਼ਾਦੀ ਦੇ ਸੰਬੰਧ ਨੂੰ ਤੋੜਨ ਲਈ ਦੋ ਵਿਅਕਤੀ ਹਨ, ਪਰ ਕਈ ਜਗ੍ਹਾ ਤੇ ਕੇਵਲ ਇੱਕ ਹੀ ਵਿਅਕਤੀ, ਪਤੀ ਜਾਂ ਪਤਨੀ, ਪਰਮੇਸ਼ਰ ਦੇ ਵਚਨ ਨੂੰ ਤੋੜਦਾ ਹੈ ਅਤੇ ਇਸ ਲਈ ਤਲਾਕ ਲਈ ਪਰਮੇਸ਼ਰ ਦਾ ਵਚਨ ਦੂਜੇ ਨੂੰ ਸੁਰੱਖਿਆ ਦਿੰਦਾ ਹੈ। ਇਸ ਲਈ ਸਪਸ਼ਟ ਹੈ ਕਿ ਬਾਈਬਲ ਸਿੱਖਿਆ ਦਿੰਦੀ ਹੈ ਕਿ ਜੇ ਇੱਕ ਵਿਅਕਤੀ ਆਪਣੀ ਸ਼ਾਦੀ ਨੂੰ ਤੋੜਦਾ ਹੈ ਅਤੇ ਪਛਤਾਪ ਨਹੀਂ ਕਰਦਾ ਅਤੇ ਨਾ ਹੀ ਵਾਪਸ ਆਉਂਦਾ ਹੈ, ਅਤੇ ਭਾਵੇਂ ਇੱਕ ਪਤਨੀ ਫੈਸਲਾ ਕਰ ਲੈਂਦੀ ਹੈ ਕਿ ਉਹ ਇਸ ਨਾਲ ਨਹੀਂ ਰਹਿ ਸਕਦੀ, ਜਾਂ ਫਿਰ ਪਤੀ ਉਸ ਵਿਅਕਤੀ ਨੂੰ ਤਲਾਕ ਲਈ ਇਜਾਜ਼ਤ ਦਿੰਦਾ ਹੈ। ਭਾਗ ਐੜਾ ਤਿਆਗਿਆ ਹੋਇਆ। ਕਾਰਨ ਨੰਬਰ 2, ਪਹਿਲਾ ਕਰੰਥੀਆਂ ਦੀ ਕਿਤਾਬ ਦੱਸਦੀ ਹੈ ਕੁਝ ਹਾਲਾਤ ਵਿੱਚ ਤਲਾਕ ਦੀ ਇਜਾਜ਼ਤ ਹੈ, ਜਿਸ ਤਰ੍ਹਾਂ ਕਿ ਤਿਆਗ ਦੇਣਾ। ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹ ਕੀ ਹੈ। ਮੈਂ ਇਸ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰਾਂਗਾ। ਇੱਥੇ ਇੱਕ ਜੋੜਾ ਹੈ ਜਿਨ੍ਹਾਂ ਦੀ ਸ਼ਾਦੀ 15 ਸਾਲ ਪਹਿਲਾਂ ਹੋਈ ਸੀ। ਉਹ ਜਗਤ ਵਿੱਚ ਰਹਿ ਰਹੇ ਸਨ ਔਰ ਚਰਚ ਨੂੰ ਨਹੀਂ ਜਾਣਦੇ ਸਨ। ਉਹ ਯਿਸੂ ਨੂੰ ਨਹੀਂ ਜਾਣਦੇ ਸਨ। ਉਹ ਆਤਮਿਕ ਗੱਲਾਂ ਬਾਰੇ ਨਹੀਂ ਜਾਣਦੇ ਸਨ। ਪਿਆਰੇ ਦਰਸ਼ਕੋ, ਅਸੀਂ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ। ਅੱਜ ਅਸੀਂ ਬਾਈਬਲ ਬਾਣੀ ਦੇ ਵਿੱਚੋਂ ਮੱਤੀ ਦੀ ਅੰਜੀਲ ਦੇ 5 ਅਧਿਆਇ ਦੀ 31 ਅਤੇ 32 ਆਇਤ ਤੋਂ ਅਧਿਐਨ ਕਰ ਰਹੇ ਸੀ। ਪਹਾੜੀ ਉਪਦੇਸ਼ ਦੇ ਦੌਰਾਨ ਪ੍ਰਭੂ ਯਿਸੂ ਜੀ ਨੇ ਬਹੁਤ ਸਾਰੇ ਮੁਸ਼ਕਿਲ ਅਤੇ ਪੇਚੀਦੇ ਵਿਸ਼ਿਆਂ ਦੇ ਉੱਤੇ ਉਪਦੇਸ਼ ਦਿੱਤੇ। ਇਹਨਾਂ ਵਚਨਾਂ ਵਿੱਚ ਪ੍ਰਭੂ ਯਿਸੂ ਜੀ ਇੱਕ ਬਹੁਤ ਹੀ ਪੇਚੀਦਾ ਵਿਸ਼ੇ ਤਲਾਕ ਅਤੇ ਦੂਜਾ ਵਿਆਹ ਕਰਨ ਦੇ ਬਾਰੇ ਉਪਦੇਸ਼ ਦੇ ਰਹੇ ਸੀ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਾਣਿਆ ਕਿ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਵਿਆਹ ਇੱਕ ਪਵਿੱਤਰ ਬੰਧਨ ਹੈ ਅਤੇ ਬਾਈਬਲ ਬਾਣੀ ਕਹਿੰਦੀ ਹੈ ਕਿ ਵਿਆਹ ਸਾਰਿਆਂ ਦੇ ਵਿੱਚ ਪਵਿੱਤਰ ਗੱਲ ਮੰਨੀ ਜਾਵੇ। ਅੱਗੇ ਬਾਈਬਲ ਬਾਣੀ ਇਹ ਵੀ ਆਖਦੀ ਹੈ ਕਿ ਵਿਆਹ ਦਾ ਵਿਛੋਣਾ ਪਵਿੱਤਰ ਠਹਿਰੇ। ਇਸ ਤਰ੍ਹਾਂ ਸਾਨੂੰ ਪਤਾ ਚੱਲਦਾ ਹੈ ਕਿ ਵਿਆਹ ਦੇ ਬਾਰੇ ਪਰਮੇਸ਼ਰ ਦੀ ਸੋਚ ਇੱਕ ਬਹੁਤ ਹੀ ਉੱਚੇ ਦਰਜੇ ਦੀ ਸੋਚ ਹੈ ਅਤੇ ਉਹ ਵਿਆਹ ਦਾ ਆਦਰ ਕਰਦਾ ਹੈ। ਪਰ ਸਾਡੇ ਅੱਜ ਦੇ ਆਧੁਨਿਕ ਸਮਾਜ ਦੇ ਵਿੱਚ ਲੋਕਾਂ ਦੇ ਵਿਵਾਹਿਕ ਜੀਵਨ ਦੇ ਵਿੱਚ ਬਹੁਤ ਸਾਰੇ ਨਕਾਰਾਤਮਕ ਉਤਾਰ ਚੜਾਵ ਆ ਰਹੇ ਹਨ। ਲੋਕਾਂ ਵਿੱਚ ਤਲਾਕ ਲੈਣ ਦੀ ਸੰਖਿਆ ਲਗਾਤਾਰ ਵੱਧਦੀ ਜਾ ਰਹੀ ਹੈ। ਸਾਡੀ ਸੰਸਕ੍ਰਿਤੀ ਦੇ ਵਿੱਚ ਤਲਾਕ ਇੱਕ ਆਮ ਸਮੱਸਿਆ ਹੋ ਗਈ ਹੈ ਜੋ ਕਲੀਸਿਆਵਾਂ ਦੇ ਵਿੱਚ ਆਪਣੀ ਪਕੜ ਮਜ਼ਬੂਤ ਕਰਦੀ ਜਾ ਰਹੀ ਹੈ। ਕੋਈ ਇਸ ਗੱਲ ਦਾ ਇਨਕਾਰ ਨਹੀਂ ਕਰ ਸਕਦਾ ਕਿ ਵਿਆਹ ਇੱਕ ਚੁਣੌਤੀ ਹੈ। ਤਲਾਕ ਦਾ ਅਸਰ ਬਹੁਤ ਸਾਰੇ ਲੋਕਾਂ ਦੇ ਉੱਤੇ ਬਹੁਤ ਬੁਰਾ ਪੈਂਦਾ ਹੈ। ਪਿਛਲੇ ਕੁਝ ਸਾਲਾਂ ਤੋਂ ਤਲਾਕ ਮੌਤ ਤੋਂ ਵੀ ਜ਼ਿਆਦਾ ਦੁਖਦਾਈ ਬਣ ਚੁੱਕਾ ਹੈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਪਹਿਲੀ ਚੀਜ਼ ਜੋ ਅਸੀਂ ਸਿੱਖੀ ਉਹ ਇਹ ਹੈ ਕਿ ਵਿਆਹ ਸੱਚਾਈ ਹੈ ਅਤੇ ਪਰਮੇਸ਼ਵਰ ਤਲਾਕ ਤੋਂ ਨਫ਼ਰਤ ਕਰਦਾ ਹੈ। ਉਤਪੱਤੀ ਦੀ ਪੁਸਤਕ ਦੇ 2 ਅਧਿਆਇ ਵਿੱਚ ਬਾਈਬਲ ਬਾਣੀ ਦੱਸਦੀ ਹੈ ਕਿ ਪੁਰਖ ਆਪਣੇ ਮਾਤਾ ਪਿਤਾ ਤੋਂ ਅਲੱਗ ਹੋ ਕੇ ਆਪਣੀ ਪਤਨੀ ਦੇ ਨਾਲ ਮਿਲਿਆ ਰਹੇਗਾ ਅਤੇ ਉਹ ਇੱਕ ਤਨ ਹੋਣਗੇ। ਪਰਮੇਸ਼ਵਰ ਇੱਕ ਪੁਰਖ ਅਤੇ ਇੱਕ ਇਸਤਰੀ ਤੋਂ ਪੂਰੀ ਜ਼ਿੰਦਗੀ ਇੱਕ ਰਹਿਣ ਦੇ ਲਈ ਉਮੀਦ ਕਰਦਾ ਹੈ। ਇਸੇ ਲਈ ਉਹ ਤਲਾਕ ਤੋਂ ਨਫ਼ਰਤ ਕਰਦਾ ਹੈ।
ਉਹ ਇਸ ਨੂੰ ਵਿਸ਼ਵਾਸਘਾਤ ਮੰਨਦਾ ਹੈ। ਇਸ ਤੋਂ ਬਾਅਦ ਅਸੀਂ ਸਿੱਖਿਆ ਕਿ ਤਲਾਕ ਲੈਣ ਦੇ ਸਿਰਫ 2 ਹੀ ਕਾਰਨ ਹਨ। ਇਹਨਾਂ ਤੋਂ ਬਗੈਰ ਕਿਸੇ ਹੋਰ ਮਕਸਦ ਦੇ ਲਈ ਪਰਮੇਸ਼ਰ ਸਾਨੂੰ ਤਲਾਕ ਦੀ ਇਜਾਜ਼ਤ ਨਹੀਂ ਦਿੰਦਾ। ਇਹ ਕਾਰਨ ਹਨ, ਪਹਿਲਾ ਲਿੰਗ ਭੇਦ ਦੀ ਅਨੈਤਿਕਤਾ, ਦੂਜਾ ਕਾਰਨ ਜਿਨਾਕਾਰੀ। ਦੋਸਤੋ, ਜੇਕਰ ਕਿਸੇ ਨੇ ਵੀ ਵਿਆਹ ਦੇ ਇਸ ਪਵਿੱਤਰ ਬੰਧਨ ਦੇ ਵਿੱਚ ਆਪਣੇ ਸਾਥੀ ਨੂੰ ਧੋਖਾ ਦਿੱਤਾ ਹੈ ਤਾਂ ਉਸ ਨੂੰ ਆਪਣੇ ਸੱਚੇ ਦਿਲ ਦੇ ਨਾਲ ਤੌਬਾ ਕਰਨ ਦੀ ਲੋੜ ਹੈ। ਵਿਸ਼ਵਾਸ ਕਰੋ, ਪਰਮੇਸ਼ਵਰ ਮਾਫ ਕਰਨ ਦੇ ਯੋਗ ਹੈ। ਆਓ ਪ੍ਰਾਰਥਨਾ ਕਰੀਏ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਅੱਜ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਪ੍ਰਭੂ ਅੱਜ ਦੇ ਬਾਈਬਲ ਅਧਿਐਨ ਦੇ ਵਿੱਚ ਤੁਸੀਂ ਇੱਕ ਬਹੁਤ ਹੀ ਸੰਜੀਦਾ, ਬਹੁਤ ਹੀ ਪੇਚੀਦਾ ਅਤੇ ਬਹੁਤ ਹੀ ਮਹੱਤਵਪੂਰਨ ਵਿਸ਼ੇ ਦੇ ਉੱਤੇ ਸਾਡੇ ਨਾਲ ਪ੍ਰਭੂ ਜੀ ਵਚਨ ਦੀ ਜਾਣਕਾਰੀ ਨੂੰ ਸਾਂਝਾ ਕੀਤਾ। ਅੱਜ ਤੁਸੀਂ ਸਾਡੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਤੁਹਾਨੂੰ ਕਿਆ ਪਸੰਦ ਹੈ। ਪ੍ਰਭੂ ਜੀ, ਤੁਸੀਂ ਸਾਨੂੰ ਕਿਰਪਾ ਕੀਤੀ ਹੈ ਕਿ ਸਾਨੂੰ ਵਿਆਹਾਂ ਦੇ ਰਿਸ਼ਤਿਆਂ 'ਚ ਬੰਧਿਆ, ਕਿਉਂਕਿ ਤੁਹਾਡੀ ਨਜ਼ਰ ਦੇ ਵਿੱਚ ਵਿਆਹ ਇੱਕ ਆਦਰਸ਼ ਗੱਲ ਹੈ, ਇੱਕ ਆਦਰ ਦੀ ਗੱਲ ਹੈ। ਦੂਜੇ ਪਾਸੇ ਪ੍ਰਭੂ ਜੀ, ਜਿੰਨੇ ਵੀ ਲੋਕ ਤਲਾਕ ਲੈਂਦੇ ਹਨ ਪਿਤਾ, ਉਹਨਾਂ ਸਾਰਿਆਂ ਤੋਂ ਤੁਸੀਂ ਪ੍ਰਭੂ ਜੀ ਚਾਹੁੰਦੇ ਹੋਣ ਕਿ ਉਹ ਇਸ ਤਰੀਕੇ ਦੇ ਕੰਮ ਨਾ ਕਰਨ, ਕਿਉਂਕਿ ਤੁਸੀਂ ਤਲਾਕ ਤੋਂ ਨਫ਼ਰਤ ਕਰਦੇ ਹੋ। ਪਿਤਾ ਪਰਮੇਸ਼ਰ, ਮੈਂ ਪ੍ਰਾਰਥਨਾ ਕਰਦਾ ਪਿਤਾ ਪਰਮੇਸ਼ਰ, ਜਦ ਅਸੀਂ ਇਹਨਾਂ ਸਾਰੀ ਗੱਲਾਂ ਨੂੰ ਅੱਜ ਜਾਣਿਆ, ਸਾਡੇ ਮਨ, ਸਾਡੇ ਦਿਮਾਗ, ਸਾਡੇ ਦਿਲ ਖੁੱਲ੍ਹ ਜਾਣ, ਤੁਹਾਡਾ ਆਤਮਾ ਸਾਡੇ ਦਿਲਾਂ ਨੂੰ ਖਾਇਲ ਕਰੇ, ਅਸੀਂ ਆਪਣੇ ਪਰਿਵਾਰਿਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੇ ਲਈ ਕੰਮ ਕਰਨਾ ਸ਼ੁਰੂ ਕਰੀਏ। ਜਿੱਥੇ ਕਿਤੇ ਵੀ ਪ੍ਰਭੂ ਜੀ ਸਾਡੇ ਰਿਸ਼ਤੇ ਕਮਜ਼ੋਰ ਹੋ ਰਿਹਾ ਅਤੇ ਉਹ ਤਲਾਕ ਵੱਧ ਰਹੇ ਹਨ, ਉਹਨਾਂ ਸਾਰੇ ਰਿਸ਼ਤਿਆਂ ਨੂੰ ਪ੍ਰਭੂ ਜੀ ਅਸੀਂ ਤੁਹਾਡੇ ਹੱਥਾਂ ਸੌਂਪਦੇ ਹਾਂ। ਸਾਡੇ ਜਿੰਨੇ ਵੀ ਦਰਸ਼ਕ ਹੈ ਪ੍ਰਭੂ ਜੀ, ਅਗਰ ਉਹਨਾਂ ਵਿੱਚੋਂ ਕਿਸੇ ਦੀ ਇਹੋ ਜਿਹੀ ਕੋਈ ਸਮੱਸਿਆ ਹੈ, ਅੱਜ ਤੁਸੀਂ ਉਸ ਸਮੱਸਿਆ ਨੂੰ ਦੂਰ ਕਰੋ ਪ੍ਰਭੂ ਜੀ। ਪ੍ਰਭੂ ਜੀ, ਪਰਿਵਾਰ ਨੂੰ ਤੋੜਨ ਦਾ ਕੰਮ ਸ਼ੈਤਾਨ ਦਾ ਹੈ ਔਰ ਅਸੀਂ ਯਿਸੂ ਮਸੀਹ ਦੇ ਨਾਂ 'ਚ ਸ਼ੈਤਾਨ ਦੇ ਬੰਧਨਾਂ ਨੂੰ ਤੋੜ ਦਿੰਦੇ ਹਾਂ। ਪਿਤਾ ਪਰਮੇਸ਼ਰ, ਤੁਸੀਂ ਸਾਡੇ ਇਸ ਵਿਆਹ ਦੇ ਰਿਸ਼ਤੇ ਦੀ ਰੱਖਿਆ ਕਰੋ, ਸਾਡੀ ਜ਼ਰੂਰਤਾਂ ਨੂੰ ਸਵਰਗ ਤੋਂ ਪੂਰਾ ਕਰੋ, ਪਤੀ ਪਤਨੀ ਦੇ ਆਪਸੀ ਸੰਬੰਧ ਨੂੰ ਮਜ਼ਬੂਤ ਕਰਨ ਵਾਸਤੇ ਉਹਨਾਂ ਦੇ ਉੱਤੇ ਕਿਰਪਾ ਕਰੋ ਪਿਤਾ। ਧੰਨਵਾਦ ਕਰਦੇ ਪਿਤਾ ਪਰਮੇਸ਼ਰ, ਤੁਸੀਂ ਪ੍ਰਾਰਥਨਾ ਨੂੰ ਸੁਣਨ ਵਾਲੇ ਹੋ, ਤੁਸੀਂ ਸਾਡੀ ਪ੍ਰਾਰਥਨਾ ਦਾ ਜਵਾਬ ਦਿੱਤਾ। ਯਿਸੂ ਮਸੀਹ ਜੀ ਦੇ ਨਾਂ 'ਚ ਮੰਗਦੇ ਹਾਂ, ਆਮੀਨ। ਦੋਸਤੋ, ਇਸ ਵਿਸ਼ੇ ਦੇ ਉੱਤੇ ਆਪਣੇ ਅਧਿਐਨ ਨੂੰ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਜਾਰੀ ਰੱਖਾਂਗੇ। ਸਾਡੇ ਨਾਲ ਅਗਲੇ ਪ੍ਰੋਗਰਾਮ ਦੇ ਵਿੱਚ ਮੁਲਾਕਾਤ ਕਰਨਾ ਨਾ ਭੁੱਲਣਾ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।